Good morning, class. Good morning, everyone. I hope you all are doing great. सो बेटा जी एज यू ऑलरेडी नो कि अपना कॉम्प्रीहेंशन डे 17 तक ਤੁਸੀਂ ਕਰ ਲਿਆ ਸੀ ਡਿਸਕਸ ਤੇ ਸਾਰੇ ਬੱਚੇ ਜਿਹੜੇ ਮੈਸੇਜ ਕਰ ਰਹੇ ਸੀ ਕਿ ਮੈਮ ਸਾਨੂੰ ਕੌਂਪਰੀਹੈਂਸ਼ਨ ਨਹੀਂ ਪਤਾ ਕਿੱਥੇ ਅਪਲੋਡ ਹੁੰਦੇ ਪਏ ਨੇ ਟੈਲੀਗ੍ਰਾਮ ਤੇ ਇੱਕ ਦਿਨ ਪਹਿਲਾਂ ਹੀ ਤੁਹਾਨੂੰ ਇੱਕ ਕੌਂਪਰੀਹੈਂਸ਼ਨ ਜਾਂ ਪੈਸੇਜ ਆ ਜਾਂਦਾ ਹੈ ਜਿਹਨੂੰ ਤੁਸੀਂ ਰਾਤ ਨੂੰ ਪਹਿਲਾਂ ਖੁਦ ਸੋਲਵ ਕਰਨਾ ਹੈ ਨੈਕਸਟ ਡੇ ਤੁਸੀਂ ਇਹਦੀ ਡਿਸਕਸ਼ਨ ਕਰਨੀ ਹੈ ਮੇਰੇ ਨਾਲ ਠੀਕ ਹੈ ਆਈ ਹੋਪ ਕਿ ਜਿੰਨੇ ਵੀ 17 ਆਪਾਂ ਪੈਸੇਜ ਕਰੇ ਨੇ ਉਹਨਾਂ 'ਚ ਕਿਸੇ ਵੀ ਬੱਚੇ ਕੋਈ ਦਿੱਕਤ ਨਹੀਂ ਆਉਣ ਵਾਲੀ ਹੋਏਗੀ ਇਨ ਕੇਸ ਕੋਈ ਵੀ ਡਾਊਟ ਰਹਿੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਆਪਾਂ ਆਫਟਰ ਦੈਟ ਇਹਨੂੰ ਦੇਖ ਲਾਂਗੇ ਠੀਕ ਹੈ ਦੈਨ ਜੇਕਰ ਆਪਾਂ ਗੱਲ ਕਰੀਏ ਆਪਣਾ ਬੈਚ ਜੇਕਰ ਤੁਸੀਂ ਸਿਰਫ ਸਿਲੇਬਸ ਬੈਚ ਜਾਂ ਫੁੱਲ ਪੈਕੇਜ ਬੈਚ ਬੇਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਪ੍ਰਾਈਸ ਡਿਟੇਲ ਤੁਹਾਡੇ ਸਾਹਮਣੇ ਹੈ ਗਿਵਨ ਹੈ ਅਕੋਰਡਿੰਗ ਟੂ ਯਰ ਪ੍ਰੈਫਰੈਂਸ ਦੇਖ ਲੈਣਾ ਜਿਹੜਾ ਵੀ ਤੁਹਾਨੂੰ ਬੈਚ ਸਹੀ ਲੱਗੇ ਦੈਨ ਆਪਣੇ ਟਾਈਮ ਟੇਬਲ ਦੀ ਗੱਲ ਕਰੀਏ ਆਪਣੇ ਤਿੰਨ ਮਤਲਬ ਟਾਈਮ 'ਚ ਕਲਾਸਿਸ ਲੱਗਦੀਆਂ ਨੇ ਫਸਟ ਹੈ ਆਪਣਾ ਮਾਰਨਿੰਗ ਸੈਸ਼ਨ ਨੂਨ ਦੈਨ ਈਵਨਿੰਗ ਆਪਣੀ ਇੰਗਲਿਸ਼ ਦੀ ਗੱਲ ਕਰੀਏ ਤਾਂ 7 ਵਜੇ ਆਪਣਾ ਇੰਗਲਿਸ਼ ਪੈਡਾਗੋਜੀ ਦਾ ਸੈਸ਼ਨ ਲੱਗਦਾ ਜਿਹਦੇ ਵਿੱਚ ਆਪਾਂ PYQ ਬੇਸ ਹੁਣ ਰੀਸੈਂਟ ਕਲਾਸਿਸ 'ਚ ਕਰ ਰਹੇ ਹਾਂ ਤੇ ਜਿਹੜਾ ਰੀਸੈਂਟ ਐਗਜ਼ਾਮ ਹੋਇਆ ਸੀ 2023 ਵਾਲਾ 24 ਵਾਲਾ ਉਹਦੇ ਵਿੱਚੋਂ ਜਿਹੜੇ ਕੁਐਸਚਨਸ ਬਣੇ ਹੋਏ ਸੀ ਆਪਾਂ ਉਹਨਾਂ ਨੂੰ ਐਟ ਪ੍ਰੈਜ਼ੈਂਟ ਡੀਲ ਕਰ ਰਹੇ ਹਾਂ ਠੀਕ ਹੈ ਤੇ 7:45 ਤੇ ਤਾਂ ਆਪਾਂ ਕੰਪਰੀਹੈਂਸ਼ਨ ਡਿਸਕਸ ਕਰਦੇ ਹੀ ਕਰਦੇ ਹਾਂ ਬਾਕੀ ਚਲੋ ਗੱਲ ਕਰਦੇ ਹਾਂ ਆਪਾਂ ਆਪਣੇ ਪੈਸੇਜ ਦੀ ਪੈਸੇਜ ਨੂੰ ਸਭ ਤੋਂ ਪਹਿਲਾਂ ਇੱਕ ਵਾਰੀ ਗੋ ਥਰੂ ਹੋ ਜਾਂਦੇ ਆ ਆਫਟਰ ਦੈਟ ਆਪਾਂ ਕੁਐਸਚਨਸ ਤੇ ਮੂਵ ਕਰਾਂਗੇ ਤਾਂ ਕਿ ਥੋੜਾ ਜਿਹਾ ਈਜ਼ੀ ਹੋ ਜਾਏ ਆਪਣੇ ਲਈ ਕੁਐਸਚਨਸ ਨੂੰ ਡੀਲ ਕਰਨਾ ਸੋ ਕੀ ਕਹਿ ਰਹੇ ਨੇ ਐਜ਼ ਅ ਚਾਈਲਡ ਮੈਰੀ ਹੈਡ ਵੰਡਰਫੁਲ ਮੈਮਰੀਜ਼ ਆਫ ਹਰ ਗ੍ਰੈਂਡਮਦਰ ਮੈਰੀ ਇੱਕ ਬੱਚਾ ਹੈ ਠੀਕ ਹੈ ਉਹ ਆਪਣੇ ਬਚਪਨ ਦੀ ਕਹਾਣੀ ਸੁਣਾ ਰਹੀ ਹੈ ਹੈਡ ਵੰਡਰਫੁਲ ਮੈਮਰੀਜ਼ ਆਫ ਹਰ ਗ੍ਰੈਂਡਮਦਰ ਆਪਣੀ ਦਾਦੀ ਦੇ ਪ੍ਰਤੀ ਠੀਕ ਹੈ ਦੇ ਡਿਡ ਸੋ ਮੈਨੀ ਐਕਸਾਈਟਿੰਗ ਥਿੰਗਸ ਟੁਗੇਦਰ ਦੋਨਾਂ ਨੇ ਰਲ ਮਿਲ ਕੇ ਬਹੁਤ ਵਧੀਆ ਚੀਜ਼ਾਂ ਕਰੀਆਂ ਨੇ ਸਵਿਮਿੰਗ ਇਨ ਦਾ ਓਸ਼ਨ ਫਲਾਈਂਗ ਕਾਈਟਸ ਐਂਡ ਮੇਕਿੰਗ ਸਨੋਮੈਨ ਇਨ ਦਾ ਫਰੰਟ ਯਾਰਡ ਠੀਕ ਹੈ ਆਪਣੇ ਘਰ ਦੇ ਬਾਹਰ ਉਹਨਾਂ ਨੇ ਐਵੇਂ ਵਾਲੀ ਐਕਟੀਵਿਟੀਜ਼ ਕਰੀਆਂ ਨੇ ਆਪਣੇ ਗ੍ਰੈਂਡਮਦਰ ਦੇ ਨਾਲ ਬਟ ਵੈਨ ਹਰ ਗ੍ਰੈਂਡਮਦਰਸ ਹੈਲਥ ਬਿਗਨ ਟੂ ਡਿਟੀਰੀਓਰੇਟ ਐਂਡ ਦਾ ਮਤਲਬ ਹੁੰਦਾ ਹੈ ਡਿਟੀਰੀਓਰੇਟ ਦਾ ਮਤਲਬ ਡਾਊਨਫੋਲ ਆਪਾਂ ਕਹਿੰਦੇ ਨਾ ਜਿਵੇਂ ਬਿਮਾਰ ਹੋਣ ਲੱਗ ਪਏ ਘਟਣ ਲੱਗ ਪਈ ਤਬੀਅਤ ਖਰਾਬ ਹੋਣ ਲੱਗ ਪਈ ਉਹਦੀ ਗੱਲ ਕਰਦੇ ਆ In the fall of 1994, Mary knew that their time together was limited. ਉਹਨੂੰ ਪਤਾ ਚੱਲ ਗਿਆ ਸੀ ਹੁਣ ਜਿਹੜਾ ਹੈ ਸਾਡੇ ਦੋਨਾਂ ਦਾ ਟਾਈਮ ਬਹੁਤ ਘੱਟ ਰਹਿ ਚੁੱਕਿਆ ਆਪਸ ਦੇ ਵਿੱਚ Every few days, Mary would make the drive for Washington DC to Washington VA to visit her grandmother who was staying in the hospital there. Like ਕੋਈ ਵੀ ਰੀਜ਼ਨ ਹੋ ਕੇ ਉਹ ਬਿਮਾਰ ਹੋ ਗਏ ਹੋਣਗੇ ਤੇ ਉਹ ਹਸਪੀਟਲ ਉਹਨਾਂ ਨੂੰ ਮਿਲਣ ਜਾਂਦੀ ਸੀ ਇੱਕ ਲੋਕੇਸ਼ਨ ਦੀ ਗੱਲ ਕਰੀਏ ਆਈ ਹੋਪ ਕਿ ਫਸਟ ਪੈਸੇਜ ਬਿਲਕੁਲ ਕਲੀਅਰ ਹੋ ਗਿਆ ਹੋਏਗਾ ਨੈਕਸਟ ਕੀ ਕਹਿ ਰਿਹਾ ਮੈਰੀ ਹੇਟਡ ਹਾਈਵੇ ਡਰਾਈਵਿੰਗ ਉਹਨੂੰ ਪਸੰਦ ਨਹੀਂ ਸੀ ਹਾਈਵੇ ਤੇ ਡਰਾਈਵ ਕਰਨਾ ਫਾਈਂਡਿੰਗ ਇਟ ਅਗਲੀ ਐਂਡ ਮੋਨੋਟੋਨੀਅਸ ਅਗਲੀ ਦਾ ਮਤਲਬ ਉਹਨੂੰ ਨਹੀਂ ਪਸੰਦ ਸੀ ਮੋਨੋਟੋਨੀਅਸ ਕਾਈਂਡ ਆਫ ਬੋਰਿੰਗ ਆਪਾਂ ਕਹਿ ਸਕਦੇ ਹਾਂ ਠੀਕ ਹੈ ਡਲ ਲੱਗਦਾ ਸੀ ਉਹਨੂੰ ਪਸੰਦ ਨਹੀਂ ਸੀ then she preferred to take meandering back roads to the hospital when she drove through the rocky town of Happens Ferry the beauty of the rough waters ਹੁਣ ਸਪੈਸ਼ਲੀ ਮੈਂਸ਼ਨ ਕਰਕੇ ਕਹਿ ਰਹੇ ਨੇ ਉਹਨੂੰ ਹਾਈਵੇ ਨਹੀਂ ਪਸੰਦ ਸੀ ਤਾਂ ਉਹ ਕਿਹੜਾ ਟੇਕ ਲੈਂਦੇ ਸੀ ਜਾਂ ਕਿੱਧਰ ਜਾਣਾ ਪ੍ਰੈਫਰ ਕਰਦੀ ਸੀ ਉਹਦੀ ਲੋਕੇਸ਼ਨ ਦੀ ਗੱਲ ਕੀਤੀ ਹੈ ਬੈਕ ਰੋਡਸ ਟੂ ਦ ਹਸਪੀਟਲ ਵੈਨ ਸ਼ੀ ਡਰੋਪ ਥਰੂ ਦ ਰੋਕੀ ਡਾਊਨ ਟੂ ਹਾਰਪਸ ਫੈਰੀ ਦ ਬਿਊਟੀ ਆਫ ਦ ਰਫ ਵਾਟਰਸ ਚੇਅਰਿੰਗ ਐਟ ਦ ਇੰਸਟਰਕਸ਼ਨ ਆਫ ਦ this and these rivers always captivated her मतलब अपनी लोकेशन की गल करी जिहड़ी उन्होंने एज अ पसंद सी ठीक है the first time she saw the flowers Mary was seized by an uncontrollable urge to pull over the highway and yank the bunch from the soil मतलब वो ये कह रही है ਜਦੋਂ ਉਹਨੇ flowers ਦੇਖੇ ਤਾਂ ਉਹ ਇੱਕ ਇਮੋਸ਼ਨਲ ਮੂਮੈਂਟ ਨੂੰ ਫੀਲ ਕਰ ਪਾ ਰਹੀ ਸੀ she carried them into her grandmother's room when she arrived at a hospital and placed them in a water pitcher by her bed like ਤੁਸੀਂ ਦੇਖਿਆ ਹੋਵੇਗਾ ਬੈੱਡ ਦੇ ਨਾਲ ਜਿਹੜੇ ਪੋਟ ਪਿਆ ਹੁੰਦਾ ਪਾਣੀ ਵਾਲਾ ਉਹਦੇ ਵਿੱਚ ਆਪਾਂ ਸਟੋਰ ਕਰਕੇ ਫਲਾਵਰਸ ਨੂੰ ਰੱਖਦੇ ਹਾਂ for a moment her grandmother seemed more lucid than usual मतलब ਉਹਨੂੰ ਥੋੜਾ ਜ਼ਿਆਦਾ ਫੀਲ ਹੋਇਆ ਉਸ ਚੀਜ਼ ਦਾ she thanked Mary for the flowers commented on their beauty and asked where she had gotten them ਉਹਨੇ ਪੁੱਛਿਆ ਉਹਦੀ ਗ੍ਰੈਂਡਮਦਰ ਨੇ ਉਹਦੀ ਦਾਦੀ ਨੇ ਪੁੱਛਿਆ ਕਿ ਇਹ ਤੁਸੀਂ ਫਲਾਵਰ ਕਿੱਥੋਂ ਲੈ ਕੇ ਆਏ ਕਿਉਂਕਿ ਮੈਨੂੰ ਕਾਫੀ ਅੱਛੇ ਲੱਗ ਰਹੇ ਨੇ Mary was overjoyed by the ability of the flowers to wake up something inside her aligned grandmother overjoyed ਦੇ ਲਈ ਨਾ ਇੱਕ ਈਡੀਅਮ ਵੀ ਯੂਜ਼ ਹੁੰਦਾ ਹੈ over the moon ਯਾਦ ਰੱਖਣਾ over the moon ਲਾਈਕ ਤੁਸੀਂ ਬਹੁਤ ਹੀ ਖੁਸ਼ ਹੋ ਠੀਕ ਹੈ ਇੱਕ ਵਰਡ ਹੁੰਦਾ once in a blue moon once in a blue moon which means विजिबल है ना हाँ वंस इन अ ब्लू मून एंड दा मतलब हुंदा वेरी रेयरली ठीक है कदे ही कोई काम करना then ਗੱਲ ਕਰਦੇ ਆ afterwards Mary began carrying clippers in the car during her trips to visit her grandmother she would quickly glide onto the shoulder jump on out to the car and cut the bunch of flower each time Mary placed the flowers in the picture her grandmother's eyes would light up and they would have to splendid conversation मतलब ਵਾਧੂ ਸਾਰੀ ਗੱਲਾਂ ਬਾਤਾਂ ਇਹ ਆਪਸ 'ਚ ਕਰਦੇ ਸੀ ਠੀਕ ਹੈ ਇਹੀ ਚੀਜ਼ ਉਹਨੇ ਰੈਪੀਟੀਸ਼ਨ 'ਚ ਕਰੀ ਆਈ ਹੋਪ ਕਿ ਇੰਨੀ ਗੱਲ ਕਲੀਅਰ ਹੋ ਗਈ ਹੋਏਗੀ
ਨੈਕਸਟ ਗੱਲ ਕਰਦੇ ਹਾਂ, ਇਟ ਵਾਜ਼ ਅ ਚਿਲੀ ਮਾਰਨਿੰਗ ਇਨ ਲੇਟ ਅਕਤੂਬਰ It was chilly morning in late October when Mary got the call. The man at the hospital calmly informed that her grandmother had taken a turn for the worse. Mary got in the car and headed to the hospital. She sped past the place where she usually stopped to pick the flowers. ਹੁਣ ਜਦੋਂ ਉਹ ਹਸਪੀਟਲ ਤੋਂ ਮੂਵ ਕਰਨ ਲੱਗੀ ਤਾਂ ਉਹਨੇ ਦੇਖ ਉਸੇ ਹੀ ਜਗ੍ਹਾ ਤੇ ਰੁਕੀ ਜਿੱਥੇ ਉਹ ਫਲਾਵਰਸ ਨੂੰ ਹਮੇਸ਼ਾ ਬਾਏ ਕਰਦੀ ਸੀ। ਬਾਏ ਨਹੀਂ ਮਤਲਬ ਉੱਥੋਂ ਪਕੜਦੀ ਸੀ। After continuing ahead from about a mile, she put on her emergency lights and pulled onto the median. She re-entered the highway going the opposite way. When Mary arrived back at the flowers, she was surprised to see how many of them had whitened and turned brown. ठीक है, probably as a result of the cold, मतलब मुरझा गए या तुसी ये कह सकते हो कि चेंज हो गया, कलर चेंज हो गया। Nonetheless, she spotted a patch that bravely retained that vibrant purple glow. She cut a few of them and hopped back into car and headed the hospital. Then ਉਹਨੂੰ hospital ਲੈ ਗਈ। When Mary arrived at the hospital, she found her grandmother very weak and unresponsive. मतलब ਪਹਿਲਾਂ ਹੁੰਦਾ ਕਿ ਥੋੜੇ ਬਹੁਤ working condition 'ਚ ਹੈ, ਥੋੜਾ ਬਹੁਤ ਗੱਲਬਾਤ ਕਰ ਲਈ, but ਹੁਣ ਤਾਂ ਬਿਲਕੁਲ ਹੀ ਰਿਸਪੌਂਸ ਨਹੀਂ ਕਰ ਰਹੇ ਸੀ। She placed the flowers in the picture and sat down to hold her grandmother's hand. She felt a light squeeze on one of her fingers. It would be the last conversation they have ever had. Hospital ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਕਿਹੜੀ ਹੈ ਆਖਰੀ ਗੱਲਬਾਤ ਹੋਈ ਸੀ ਤੇ ਲਾਸਟ ਦੇ ਟਾਈਮ ਵੀ ਉਹ ਉਹਦੇ ਲਈ ਕੀ ਲੈ ਕੇ ਗਈ ਸੀ ਫਲਾਵਰਸ। ਬਸ ਇਹ ਆਪਣਾ ਪੈਸੇਜ ਸੀ। ਆਈ ਹੋਪ ਕਿ ਪੈਸੇਜ ਸਮਝ ਲੱਗ ਗਿਆ, ਹੁਣ ਕੁਐਸਚਨਸ ਈਜ਼ੀਲੀ ਹੋ ਜਾਣਗੇ। ਅਰੇ ਨੋ ਦਿਸ ਵਨ, ਇੱਕ ਸੈਕਿੰਡ, ਚਲੋ ਜਿੱਥੇ ਦਿੱਕਤ ਆਏਗੀ ਰਾਜੇ ਮੈਂ ਐਕਸਪਲੇਨ ਕਰ ਦਾਂਗੀ। Based on the things Mary and her grandmother did when she was a child, it can be understood that Mary's grandmother was an exceptionally strong swimmer. Swimmer ਦੀ ਕੋਈ ਗੱਲ ਆਪਾਂ ਪੜ੍ਹ ਕੇ ਆਏ ਹਾਂ। Elimination method ਲਗਾਓ ਨਹੀਂ। Had a variety of colorful kites, ਕੋਈ ਗੱਲ ਨਹੀਂ ਆਪਾਂ ਪੜ੍ਹੀ। Enjoy spending time outdoors, first second third line ਦੇ ਵਿੱਚ ਪੜ੍ਹੀ ਹੈ। Outdoors ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ swimming ਨਹੀਂ, ocean ਦੇ ਵਿੱਚ I think ਐਵੇਂ ਦੀ ਗੱਲ ਕੀਤੀ ਸੀ ocean ਦੀ। ਆ ਦੇਖੋ first as a child, Mary had a wonderful memories. They did so exciting things together, swimming in the ocean, flying kites. अच्छा है क्या flying kites and making snowman in the front yard. Had a variety of colorful kites ਦੀ ਗੱਲ ਨਹੀਂ ਹੋਈ, variety ਦੀ ਗੱਲ ਨਹੀਂ ਹੋਈ, normal kites ਦੀ ਗੱਲ ਹੋਈ ਸੀ। ठीक है, C option कह रही है, D option कह रही है lived in a cold and windy area. ਇਹ नहीं आएगा, C will be right answer. Outdoor activities ਦੀ ਗੱਲ ਹੋਈ ਸੀ। ठीक है, so ਇਹ ਹੁਣ ਕਿਉਂ ਕਾਪੀ ਪੇਸਟ ਆਪਸ਼ਨ ਆ ਰਹੀ ਹੈ। ਫਸਟ ਦਾ ਸੀ ਆਨਸਰ ਆਏਗਾ। ਸੈਕਿੰਡ ਗੱਲ ਕਰਦੇ ਹਾਂ, ਕੁਐਸਚਨ ਨੰਬਰ ਸੈਕਿੰਡ, ਐਜ਼ ਯੂਜ਼ ਇਨ ਦਾ ਪੈਰਾਗ੍ਰਾਫ 1 ਵਿਚ ਇਜ਼ ਦਾ ਬੈਸਟ ਐਂਟੋਨਮ ਫॉर ਡਿਟੇਰੀਓਰੇਟ। ਮੈਂ ਦੱਸ ਚੁੱਕੀ ਹਾਂ ਡਿਟੇਰੀਓਰੇਟ ਮਤਲਬ ਕਿਸੇ ਦੀ ਤਬੀਅਤ ਵਿਗੜਨਾ, ਖਰਾਬ ਹੋਣਾ। ਸੋ ਐਂਟੋਨਮ ਕੀ ਹੁੰਦਾ ਹੈ, ਇਹਦਾ ਆਪੋਜ਼ਿਟ। ਠੀਕ ਹੈ, ਸਾਈਨੋਨੀਅਮ ਜਾਂ ਸਿਨੋਨਮ ਕੀ ਹੁੰਦਾ, ਸੇਮ ਵਰਡ। ਸੋ ਇੱਥੇ ਰਾਈਟ ਆਨਸਰ ਕੀ ਆ ਜਾਏਗਾ, ਇੰਪਰੂਵ, ਇੰਕਰੀਜ਼, ਐਡਜਸਟ ਜਾਂ ਕਲਾਈਮ। ਇੰਪਰੂਵ ਮਤਲਬ ਹੁਣ ਉਹਦੀ ਹੈਲਥ ਕੀ ਹੈ, ਇੰਪਰੂਵ ਹੋ ਚੁੱਕੀ ਹੈ, ਪਹਿਲਾਂ ਖਰਾਬ ਹੋ ਰਹੀ ਸੀ। ਸੋ ਕੁਐਸਚਨ ਨੰਬਰ ਥਰਡ, ਐਜ਼ ਯੂਜ਼ ਇਨ ਦਾ ਪੈਰਾਗ੍ਰਾਫ 2 ਦ ਵਰਡ ਕੈਪਟੀਵੇਟਿਡ ਮੋਸਟ ਨੀਅਰਲੀ ਮੀਨਸ। ਕੈਪਟੀਵੇਟਿਡ ਦਾ ਮਤਲਬ ਕੀ ਹੁੰਦਾ ਹੈ, ਮੋਸਟ ਨੀਅਰਲੀ ਵਰਡ ਆ ਗਿਆ ਤੇ ਇਟ ਮੀਨਸ ਕਿੰਦੇ ਬਾਰੇ ਪੁੱਛ ਰਹੇ ਨੇ, ਸਿਨੋਨਮ। ਐਨਰਜਾਈਜ਼ਡ, ਫੈਸੀਨੇਟਿਡ, ਇੰਪ੍ਰਿਜ਼ਨਡ ਜਾਂ ਫਿਰ ਰਿਲੈਕਸਡ ਕੀ ਆ ਸਕਦਾ ਹੈ। ਇੱਕ ਸੈਕਿੰਡ, 3 ਮਿਸ ਕਾਲ ਆਈ ਪੀ ਹੈ, चलो बाद च करते हैं। कैप्टिवेटेड मोस्ट नियरली मीन्स एनर्जाइज नहीं आएगा, फैसिनेटेड हो सकता है, इम्प्रिजन नहीं हो सकता, रिलैक्स था वैसे बिल्कुल रिलैक्सेशन की गल करते हैं। हियर बी विल बी अ राइट आंसर। ठीक है, बी फैसिनेटेड। ਦੈਨ ਆਪਣਾ ਰਾਜੇ 22 ਫੈਬ ਯਾਨੀ ਕਿ ਸੰਡੇ ਨੂੰ ਇੱਕ ਮੌਕ ਟੈਸਟ ਕੰਡਕਟ ਕਰਵਾਇਆ ਜਾ ਰਿਹਾ ਜਿਹੜਾ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ। ਤੁਸੀਂ ਆਫਲਾਈਨ ਆ ਕੇ ਵਿਜ਼ਿਟ ਕਰ ਸਕਦੇ ਹੋ ਜਾਂ ਕਿਸੇ ਵੀ ਬੱਚੇ ਦੀ ਕੋਈ ਵੀ ਇੱਥੇ ਰਜਿਸਟ੍ਰੇਸ਼ਨ ਪਹਿਲਾਂ ਤੋਂ ਨਹੀਂ ਹੋਏਗੀ, ਔਨ ਡੇਟ ਅਕੈਡਮੀ ਆ ਕੇ ਤੁਸੀਂ ਮੌਕ ਟੈਸਟ ਆਪਣਾ ਦੇ ਸਕਦੇ ਹੋ। ਠੀਕ ਹੈ ਬੇਟਾ, ਬਹੁਤ ਹੀ ਇੰਪੋਰਟੈਂਟ ਹੈ, ਜ਼ਰੂਰ ਧਿਆਨ ਰੱਖਿਓ। ਆਫਟਰ ਦੈਟ ਜੇਕਰ ਆਪਾਂ ਗੱਲ ਕਰੀਏ, ਇਫ ਯੂ ਵਾਂਟ ਟੂ ਬਾਈ ਕੰਬੋ ਸੈਟਸ ਲਾਈਕ ਸਾਈਕੋਲੋਜੀ, ਪੰਜਾਬੀ, ਇੰਗਲਿਸ਼, ਮੈਥ, ਈਵੀਐਸ। एक सेकंड ਜਿਹੜਾ ਕੰਬੋ ਸੈਟ ਹੈ ਸਾਈਕੋਲੋਜੀ, ਪੰਜਾਬੀ ਤੇ ਇੰਗਲਿਸ਼, ਅਕੋਰਡਿੰਗ ਟੂ ਅ ਪ੍ਰੈਫਰੈਂਸ ਦੇਖ ਲੈਣਾ। ਜੇਕਰ ਤੁਸੀਂ ਪੇਡ ਸਟੂਡੈਂਟ ਹੋ ਜਾਂ ਨॉन ਪੇਡ ਸਟੂਡੈਂਟ, ਅਲੱਗ-ਅਲੱਗ ਪ੍ਰਾਈਸਿਸ ਰੇਟ ਨੇ। ਠੀਕ ਹੈ, ਇਹਨਾਂ ਨੂੰ ਬੁੱਕਸ ਨੂੰ ਬਾਏ ਕਰ ਲੈਣਾ, ਕਾਫੀ ਬੈਨੀਫੀਸ਼ੀਅਲ ਰਹਿਣ ਵਾਲੀਆਂ ਨੇ। ਸੋ ਕੁਐਸਚਨ ਨੰਬਰ 4th, ਵਿਚ ਬੈਸਟ ਡਿਸਕ੍ਰਾਈਬ what the act of stopping for flowers on the side of highway become for Mary? A curse, a ritual, a regret, a bother?
ਕਰਸ ਕੀ ਹੁੰਦਾ ਹੈ? ਸ਼ਰਾਪ, ਠੀਕ ਹੈ। ਰਿਚੁਅਲ ਕਾइंड ਉਹਦੀ ਇੱਕ ਹੈਬਿਟ ਹੈ ਜਾਂ ਉਹਦੇ ਪਿੱਛੋਂ ਬਿਲੋਂਗ ਕਰਦੀ ਸੀ ਚੀਜ਼। ਆ ਰਿਗਰੈਟ ਸੀ ਉਹਦੇ ਲਈ, ਜਾਂ ਇੱਕ ਚੀਜ਼ ਬੋਦਰ, ਇੱਕ ਹੁੰਦਾ ਹੈ ਬੋਦਰ ਕਰਨਾ, ਹੈ ਨਾ, ਆਪਾਂ ਯੂਜ਼ ਵੀ ਕਰਦੇ ਹਾਂ। ਕੀ ਆ ਸਕਦਾ ਹੈ? which best describe what the act of chopping the flowers of, हाँ, ritual will be right answer B, regret नहीं आएगा। next question number 5th, as used in the paragraph 5 which is the best antonym for lucid? I think ਆਪਾਂ word ਪੜ੍ਹ ਕੇ ਆਈ ਸੀ, ਹੈ ਨਾ। lucid ਦਾ antonym opposite ਦੱਸਣਾ ਹੈ। lucid ਦਾ ਮਤਲਬ ਹੁੰਦਾ ਹੈ clear, transparency word ਸੁਣਿਆ ਹੋਏਗਾ। transparent ਜਾਂ transparency ਦਾ ਮਤਲਬ ਹੁੰਦਾ ਹੈ ਜੋ ਚੀਜ਼ visible ਹੈ, clear ਹੈ, ਪਾਰਦਰਸ਼ੀ ਹੈ, ठीक है। the opposite फॉल्स नहीं आएगा, रियलिस्टिक नहीं आएगा, कंफ्यूज, ठीक है, डिटरमाइन नहीं आएगा। हेयर सी विल बी राइट आंसर, ल्यूसिड, ठीक है। एंटोनिम ऑपोजिट क्या सी, एक चीज तो क्लीयर है, एक चीज तुसी कंफ्यूज हो। सो क्वेश्चन नंबर 6, व्हाट डू द फ्लावर्स कम टू सिग्निफाई फॉर मैरी? द नेचुरल ब्यूटी ऑफ यूनाइटेड स्टेट्स हाईवे सिस्टम, नहीं एवं दी तो कोई गल नहीं है। एन अपॉर्चुनिटी टू कंपोज हरसेल्फ बिफोर विजिटिंग हर ग्रैंड मदर, an opportunity to compose herself before visiting her grandmother, a final chance to connect with her grandmother, या फिर a way to make the hospital room more pleasant। ਹੁਣ ਰੈਸਟ ਆਫ ਆਪਣੇ ਕੋਲ ਦੋ ਦੇ ਵਿੱਚ ਆਪਾਂ ਨੂੰ ਆਨਸਰ ਲੱਗ ਸਕਦਾ, ਬਟ ਕੁਐਸਚਨ ਕਹਿ ਰਿਹਾ ਹੈ ਵਟ ਡੂ ਦ ਫਲਾਵਰਸ ਕਮ ਟੂ ਸਿਗਨੀਫਾਈ ਫॉर ਮੈਰੀ। ਉਹਦੇ ਲਈ ਮੇਨ ਕੰਮ ਕੀ ਸੀ ਕਿ ਉਹ ਕਨੈਕਟ ਕਰ ਰਹੇ ਸੀ ਉਹਦੇ ਗ੍ਰੈਂਡ ਮਦਰ ਦੇ ਨਾਲ, ਕਿਉਂਕਿ ਉਹਨਾਂ ਨੇ ਕੀ ਪੁੱਛਿਆ ਕਿ ਫਲਾਵਰਸ ਕੀ ਸਿਗਨੀਫਾਈ ਕਰ ਰਹੇ ਨੇ ਮੈਰੀ ਦੇ ਲਈ। नो डाउट ਉਹਨੂੰ अपॉर्चुनिटी मिलती, ਉਹ ਪਕੜਦੀ ਸੀ, ਬਟ ਇੱਥੇ ਰਾਈਟ ਆਨਸਰ ਜ਼ਿਆਦਾ ਸੀ ਐਪਰੋਪ੍ਰੀਏਟ ਹੈ। ਜਦੋਂ ਵੀ ਕੁਐਸਚਨ ਐਵੇਂ ਦੇ ਹਨ ਜਿੱਥੇ ਤੁਹਾਨੂੰ ਲੱਗੇ ਕਿ ਦੋ ਆਨਸਰ ਜ਼ਿਆਦਾ ਕਰੈਕਟ ਨੇ ਅਕੋਰਡਿੰਗ ਟੂ, ਫਿਰ ਤੁਸੀਂ ਕੁਐਸਚਨ ਨੂੰ ਦੁਬਾਰਾ ਰੀਡ ਆਊਟ ਕਰਨਾ ਹੈ, ਦੈਨ ਆਪਸ਼ਨਸ ਆਪਣੇ ਆਪ ਤੁਹਾਨੂੰ ਕਲੀਅਰ ਹੋ ਜਾਣਗੇ। ਚਲੋ क्वेश्चन नंबर 7, it was a chilly morning in late October when Mary got the call. The word chilly in the sentence has been used as noun, verb, adjective or adverb। ਇੱਕ ਗੱਲ ਹੋਰ ਯਾਦ ਰੱਖਿਆ ਜੇ, ਨੋ ਡਾਊਟ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਸੀ ਕਿ ਜਿੱਤੇ ਵੀ ly ਵਾਲੇ ਟਰਮਸ ਹੁੰਦੇ ਆ ਉਹਦੇ ਆਪਾਂ ਲਗਾਉਂਦੇ ਆ ਐਡਵਰਬ, ਠੀਕ ਹੈ। ly ਵਾਲੇ ਮੋਸਟਲੀ ਜਿਹੜੇ ਐਡਵਰਬ ਹੁੰਦੇ ਆ, ਬਟ ਪੇਪਰ ਵਿੱਚ ਤੁਸੀਂ ਇਹਦਾ ਆਨਸਰ ਐਵੇਂ ਨਹੀਂ ਲਗਾਉਣਾ। ਇਹਦੇ ਲਈ ਨਾ ਇੱਕ ਸਪੈਸ਼ਲ ਸੈਸ਼ਨ ਆਪਾਂ ਆਈ ਹੋਪ ਕਿ ਸੈਟਰਡੇ ਜਾਂ ਦੀ ਸੰਡੇ ਇੱਕ ਸਪੈਸ਼ਲ ਸੈਸ਼ਨ ਰੱਖਾਂਗੇ, ਕਿਹੜੇ ਕਿਹੜੇ ਵਰਡਸ ਹੁੰਦੇ ਨੇ ਜਿਨ੍ਹਾਂ ਦੇ ਅਕੋਰਡਿੰਗ ਤੁਸੀਂ ਨਾਊਨ, ਵਰਬ, ਐਡਜੈਕਟਿਵ, ਐਡਵਰਬ, ਠੀਕ ਹੈ, ਲਗਾਓਗੇ। ਤੇ ਉਹ ਜੇਕਰ ਤੁਸੀਂ ਲੈਕਚਰ ਸੁਣ ਲਿਆ, ਇਟ ਮੀਨਸ ਪੇਪਰ ਦੇ ਵਿੱਚ ਤੁਹਾਡਾ 1 ਨੰਬਰ ਦਾ ਕੰਮ ਕਿਧਰੇ ਨਹੀਂ ਗਿਆ, ਤੇ ਤੁਹਾਨੂੰ ਇਹ ਵੀ ਪਤਾ ਇਹਦੇ ਵਿੱਚੋਂ 1 ਨੰਬਰ ਦਾ ਕੰਮ ਆਉਂਦਾ ਹੈ। ਹੁਣ ਇੱਥੇ ਜੇਕਰ ਆਪਾਂ ਗੱਲ ਕਰੀਏ ਇਟ ਵਾਜ਼ ਅ ਚਿਲੀ ਮਾਰਨਿੰਗ, ਕੱਲਾ ਚਿਲੀ ਵਰਡ ਯੂਜ਼ ਹੁੰਦਾ, ਫਿਰ ਆਪਾਂ ਕੀ ਕਹਿ ਦੇਣਾ ਸੀ? ਐਡਵਰਬ, ਬਟ ਉੱਥੇ ਵਰਡ ਯੂਜ਼ ਹੋਇਆ ਐਜ਼ ਅ ਈਡੀਅਮ, ਚਿਲੀ ਮਾਰਨਿੰਗ ਇਨ ਲੇਟ ਅਕਟੂਬਰ। ਫਿਰ ਇੱਥੇ ਜਿਹੜਾ ਰਾਈਟ ਆਨਸਰ ਆਏਗਾ ਦੈਟ ਇਜ਼ ਅ ਐਡਜੈਕਟਿਵ। ਕਿਉਂ? ਕਿਉਂਕਿ ਮਾਰਨਿੰਗ ਕੀ ਹੈ? ਚਿਲੀ। ਤੇ ਆਪਾਂ ਐਡਜੈਕਟਿਵ ਦੇ ਵਿੱਚ ਪੜਿਆ ਸੀ, ਜਦੋਂ ਆਪਾਂ ਐਡਜੈਕਟਿਵ ਮਤਲਬ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਰਿਹਾ, ਮਾਰਨਿੰਗ ਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਮਾਰਨਿੰਗ ਕਿਵੇਂ ਸੀ, ਹੌਟ ਹੈ, ਕੋਲਡ ਹੈ, ਚਿਲੀ ਹੈ। ਸੋ ਦੈਟਸ ਵਾਈ ਸੀ ਵਿਲ ਬੀ ਰਾਈਟ ਆਨਸਰ, ਠੀਕ ਹੈ। ਬਹੁਤ ਵਧੀਆ ਸੈਸ਼ਨ ਰਹਿਣ ਵਾਲਾ ਹੈ, ਅੱਧੇ ਘੰਟੇ ਦਾ ਲੈਕਚਰ ਹੋਏਗਾ ਤੇ ਪੇਪਰ ਤੁਹਾਡਾ 1 ਨੰਬਰ ਦਾ ਕੰਮ ਪੱਕਾ। क्वेश्चन नंबर 8, ईच टाइम मैरी प्लेस द फ्लावर्स इन द पिक्चर, एक पिक्चर प्लांट होंदा है, हर ग्रैंड मदर्स आईज वुड लाइट अप मतलब बड़ी खुश होंदे है, एंड दे वुड हैव अ स्पलैंडिड कन्वर्सेशन, मैक्सिमम कन्वर्सेशन गल्लां बातां उन्हां दी हुंदी सी। द वर्ड लाइट अप इन द सेंटेंस हैज़ बीन यूज्ड एज मोडाल वर्ब, फ्रेजल वर्ब, ऑक्सिलरी वर्ब या लिंकेज वर्ड। ऑक्सिलरी हुंदी है अपनी हेल्पिंग वर्ब, ਹੈਲਪਿੰਗ ਵਰਬ ਦੀ ਤਾਂ ਗੱਲ ਹੋਈ ਨਹੀਂ, ਲਾਈਟ ਅਪ ਕਰਨਾ, ਠੀਕ ਹੈ। ਲਿੰਕੇਜ ਵੀ ਨਹੀਂ ਹੋਇਆ, ਕਿਸੇ ਦੋ ਸੈਂਟੈਂਸ ਨੂੰ ਜੋੜਨ ਦਾ ਕੰਮ ਨਹੀਂ ਕਰ ਰਹੇ। ਹੇਅਰ ਫਰੇਜ਼ਲ ਵਰਬ ਰਾਈਟ ਆਨਸਰ ਆਏਗਾ। ਮੋਡਾਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਕੈਨ, ਕੁਡ, ਸ਼ੁੱਡ, ਸ਼ੈਲ, ਮਾਈ, ਮਾਈਟ ਸਾਰੇ ਮੇ, ਮਾਈਟ ਸਾਰੇ ਆ ਜਾਂਦੇ ਨੇ, ਕਲੀਅਰ ਹੈ। ਸੋ ਬੀ ਵਿਲ ਬੀ ਰਾਈਟ ਆਨਸਰ। ਕੁਐਸਚਨ ਨੰਬਰ 8, ਬਸ ਅੱਜ ਦੇ ਕੁਐਸਚਨ ਇੰਨੇ ਹੀ ਸੀ ਰਾਜੇ। ਜਿਨ੍ਹਾਂ ਬੱਚਿਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਨੂੰ ਜੁਆਇਨ ਨਹੀਂ ਕਰਿਆ, ਵਿਦ ਦਾ ਹੈਲਪ ਆਫ QR ਕੋਡ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਤੇ ਨਾਲੇ ਇੱਕ ਗੱਲ ਯਾਦ ਰੱਖਿਆ ਕਰੋ, ਜਦੋਂ ਤੁਸੀਂ ਇੱਕ ਵਾਰੀ ਕੰਪਰੀਹੈਂਸ਼ਨ ਈਜ਼ੀਲੀ ਪੜ੍ਹ ਲਿਆ ਨਾ, ਹਾਰਡਲੀ ਹੁੰਦਾ ਕਿ ਤੁਸੀਂ ਇੱਕ ਵਾਰੀ ਦੁਬਾਰਾ ਉਹਨੂੰ ਜਾ ਕੇ ਵਿਜ਼ਿਟ ਕਰੋ ਜਾਂ ਦੇਖੋ, ਨਹੀਂ ਤਾਂ ਕੁਐਸਚਨ ਸਾਰੇ ਆਪਣੇ ਪੈਰਲਰ ਚੱਲਦੇ ਰਹਿੰਦੇ ਨੇ, ਕਲੀਅਰ ਹੈ। ਸੋ ਬੇਟਾ ਅੱਜ ਦਾ ਸੈਸ਼ਨ ਇੱਥੇ ਵਾਈਂਡ ਅਪ ਕਰਦੇ ਹਾਂ। ਆਈ ਹੋਪ ਯੂ ਲਾਈਕ ਦਿਸ ਸੈਸ਼ਨ। ਇਨ ਕੇਸ ਜੇਕਰ ਤੁਹਾਨੂੰ ਆਨਸਰ ਕੀ ਚਾਹੀਦੀ ਹੈ ਤਾਂ ਤੁਹਾਡੇ ਸਾਹਮਣੇ ਗਿਵਨ ਹੈ, ਠੀਕ ਹੈ। ਹੈਲੋ, ਬਾਕੀ ਅੱਜ ਦਾ ਸੈਸ਼ਨ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਥੈਂਕ ਯੂ ਕਲਾਸ, ਹੈਵ ਅ ਗੁੱਡ ਡੇ, ਗੋਡ ਬਲੈਸ ਯੂ।